ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਵੈਲਕਮ ਟੂ ਮਾਈ ਚੈਨਲ। ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਨੈਕਸਟ 3 ਹੈਡਸ ਨੂੰ ਕਵਰ ਕਰਾਂਗੇ। ਆਪਾਂ ਲਾਸਟ ਕਲਾਸ ਜਿਹੜੀ ਕੀਤੀ ਸੀ PSTCL ਦੀ ਕਲਾਸ ਨੰਬਰ 1, ਉਹਦੇ ਵਿੱਚ ਆਪਾਂ 2 ਹੈਡਸ ਕਵਰ ਕਰ ਲਏ ਸੀ ਇਨਕਮ ਦੇ। ਅੱਜ ਅਸੀਂ ਲਾਸਟ 3 ਹੈਡਸ ਕਵਰ ਕਰਾਂਗੇ। ਸੋ ਕਲਾਸ ਨੂੰ ਸਟਾਰਟ ਕਰਦੇ ਹਾਂ। ਪਹਿਲਾ ਆਪਣੇ ਕੋਲ ਆਉਂਦਾ 3rd ਹੈਡ, ਪ੍ਰੋਫਿਟ ਐਂਡ ਗੇਨਸ ਆਫ ਦ ਬਿਜ਼ਨਸ ਔਰ ਪ੍ਰੋਫੈਸ਼ਨ। ਠੀਕ ਹੈ, ਇਹਦੇ ਵਿੱਚ ਜਿਹੜਾ ਪ੍ਰੋਫਿਟ ਸਾਨੂੰ ਬਿਜ਼ਨਸ ਦੇ ਵਿੱਚੋਂ ਹੋਇਆ ਜਾਂ ਪ੍ਰੋਫੈਸ਼ਨ ਦੇ ਵਿੱਚੋਂ ਹੋਇਆ, ਉਹ ਪ੍ਰੋਫਿਟ ਵੀ ਟੈਕਸੇਬਲ ਹੁੰਦਾ। ਇਹਦਾ ਮਤਲਬ ਉਹਦੇ 'ਤੇ ਵੀ ਟੈਕਸ ਲੱਗਦਾ ਹੁੰਦਾ। ਅਤੇ ਉਹਦੇ ਵਿੱਚ ਕੀ ਕੀ ਚੀਜ਼ਾਂ ਇੰਕਲੂਡ ਨੇ ਆਪਾਂ ਹੁਣ ਦੇਖਾਂਗੇ। ਪਹਿਲਾ ਹੈ ਬਿਜ਼ਨਸ ਪ੍ਰੋਫਿਟ, ਇਹਦੇ ਵਿੱਚ ਇੰਕਲੂਡ ਹੋਏਗਾ। ਦੂਜੀ ਚੀਜ਼ ਆ ਕੋਈ ਵੀ ਪ੍ਰੋਫੈਸ਼ਨਲ ਇਨਕਮ ਹੈ, ਉਹ ਵੀ ਇਹਦੇ ਵਿੱਚ ਇੰਕਲੂਡ ਹੋਏਗੀ। ਅਗਰ ਤੁਸੀਂ ਬਿਜ਼ਨਸ ਦਾ ਐਸੈਟ ਵੇਚਿਆ ਹੈ, ਸੇਲ ਕੀਤਾ, ਉਹਦੇ ਉੱਤੇ ਕੋਈ ਪ੍ਰੋਫਿਟ ਹੋਇਆ, ਉਹ ਵੀ ਟੈਕਸੇਬਲ ਹੋਏਗਾ। ਪਾਰਟਨਰ ਦੀ ਸੈਲਰੀ, ਐਕਸਪੈਂਸਿਸ, ਬੋਨਸ ਫਰੋਮ ਫਰਮ, ਇਹ ਵੀ ਪ੍ਰੋਫੈਸ਼ਨਲ ਇਨਕਮ ਹੈ, ਬਿਜ਼ਨਸ ਇਨਕਮ ਹੈ, ਇਹ ਵੀ ਇੰਕਲੂਡ ਹੋਏਗੀ। ਐਕਸਪੋਰਟ ਇਨਸੈਂਟਿਵਸ, ਇਹ ਵੀ ਇਹਦੇ ਵਿੱਚ ਇੰਕਲੂਡ ਹੋਊਗੇ। ਨੈਕਸਟ ਹੈ ਕੰਪਨਸੇਸ਼ਨ ਫॉर ਬ੍ਰੀਚ ਆਫ ਬਿਜ਼ਨਸ ਕੰਟਰੈਕਟ। ਇੱਥੇ ਕੰਟਰੈਕਟ ਆਉਣਾ ਹੈ। ਅਗਰ ਤੁਸੀਂ ਕੋਈ ਬਿਜ਼ਨਸ ਕੰਟਰੈਕਟ ਹੈ ਉਹ ਤੋੜਿਆ ਹੈ, ਬ੍ਰੀਚ ਦਾ ਮਤਲਬ ਹੁੰਦਾ ਤੋੜਨਾ, ਉਹ ਕੰਟਰੈਕਟ ਤੁਸੀਂ ਅਗਰ ਤੋੜਿਆ ਹੈ, ਉਹਦੇ ਬਦਲੇ ਅਗਰ ਤੁਹਾਨੂੰ ਕੋਈ ਕੰਪਨਸੇਸ਼ਨ ਮਿਲੀ ਹੈ ਜਾਂ ਤੁਸੀਂ ਅਗਰ ਦਿੱਤੀ ਆ, ਉਹ ਵੀ ਟੈਕਸੇਬਲ ਹੋਏਗੀ। ਨੈਕਸਟ ਆਉਂਦਾ ਸਾਡੇ ਕੋਲ ਇੰਪੋਰਟੈਂਟ ਟਰਮ ਅਲੋਡ ਐਕਸਪੈਂਸਿਸ। ਹੁਣ ਇਹ ਕੀ ਹੁੰਦੇ ਨੇ? ਇਹ ਤੁਹਾਡੇ ਐਗਜ਼ਾਮ ਦੇ ਵਿੱਚ ਬਹੁਤ ਜ਼ਿਆਦਾ ਪੁੱਛੇ ਜਾਂਦੇ ਨੇ, ਧਿਆਨ ਨਾਲ ਇਹਨਾਂ ਨੂੰ ਦੇਖਣਾ। ਬਿਜ਼ਨਸ ਦਾ ਉਹ ਖਰਚਾ ਜੋ ਇਨਕਮ ਟੈਕਸ ਅਲੋ ਕਰਦੀ ਹੈ ਕਿ ਤੁਸੀਂ ਆਪਣੀ ਇਨਕਮ ਦੇ ਵਿੱਚੋਂ ਮਾਈਨਸ ਕਰ ਸਕਦੇ ਹੋ, ਆਪਣੇ ਪ੍ਰੋਫਿਟ ਦੇ ਵਿੱਚੋਂ ਮਾਈਨਸ ਕਰ ਸਕਦੇ ਹੋ। ਠੀਕ ਹੈ, ਮਤਲਬ ਕੀ ਹੈ, ਜਿੰਨੇ ਖਰਚੇ ਅਲੋ ਹੁੰਦੇ ਨੇ ਇਨਕਮ ਟੈਕਸ ਵੱਲੋਂ, ਠੀਕ ਹੈ, ਉਹਨੂੰ ਆਪਾਂ ਮਾਈਨਸ ਕਰ ਦਿੰਦੇ ਹਾਂ ਬਿਜ਼ਨਸ ਇਨਕਮ ਦੇ ਵਿੱਚੋਂ। ਅਤੇ ਜਦੋਂ ਬਿਜ਼ਨਸ ਇਨਕਮ ਦੇ ਵਿੱਚੋਂ ਉਹ ਐਕਸਪੈਂਸਿਸ ਮਾਈਨਸ ਹੋ ਜਾਂਦੇ ਹੈ, ਸਾਡਾ ਪ੍ਰੋਫਿਟ ਘੱਟ ਹੋ ਜਾਂਦਾ ਹੈ। ਪ੍ਰੋਫਿਟ ਘੱਟ ਹੋ ਜਾਂਦਾ ਹੈ ਅਤੇ ਟੈਕਸ ਵੀ ਘੱਟ ਲੱਗਦਾ ਹੈ। ਠੀਕ ਹੈ, ਇਹ ਫਾਇਦਾ ਹੈ ਟੈਕਸ ਪੇਅਰ ਨੂੰ। ਪਰ ਹੁਣ ਇਹ ਜਿਹੜੇ ਐਕਸਪੈਂਸਿਸ ਹੈ ਜੋ ਇਨਕਮ ਟੈਕਸ ਨੇ ਅਲੋ ਕੀਤੇ ਨੇ, ਉਹ ਐਕਸਪੈਂਸਿਸ ਸਿਰਫ ਔਰ ਸਿਰਫ ਇੰਕਰਡ ਕੀਤੇ ਹੋਣੇ ਚਾਹੀਦੇ ਪੂਰੇ ਤਰੀਕੇ ਦੇ ਨਾਲ, ਜਾਂ ਐਕਸਕਲੂਸਿਵਲੀ ਸਿਰਫ ਔਰ ਸਿਰਫ ਬਿਜ਼ਨਸ ਪਰਪਸਿਸ ਲਈ। ਤੁਹਾਡੇ ਕੋਈ ਪਰਸਨਲ ਐਕਸਪੈਂਸਿਸ ਹੈ ਉਹ ਅਲਾਓ ਨਹੀਂ ਹੋਊਗੇ ਇਨਕਮ ਟੈਕਸ ਵੱਲੋਂ। ਹੁਣ ਇਹ ਇੱਥੇ ਮੈਂ ਲਿਸਟ ਲਿਖੀ ਹੈ ਜੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਐਗਜ਼ਾਮ ਲਈ, ਕਿ ਕਿਹੜੇ ਐਕਸਪੈਂਸਿਸ ਅਲੋਡ ਐਕਸਪੈਂਸਿਸ ਨੇ, ਮਤਲਬ ਜਿਨ੍ਹਾਂ ਨੂੰ ਤੁਸੀਂ ਮਾਈਨਸ ਕਰ ਸਕਦੇ ਹੋ ਆਪਣੀ ਬਿਜ਼ਨਸ ਇਨਕਮ ਦੇ ਵਿੱਚੋਂ। ਪਹਿਲਾ ਹੈ ਸੈਲਰੀ, ਵੇਜਿਸ, ਬੋਨਸ, ਕਮਿਸ਼ਨ। ਜੋ ਵੀ ਤੁਸੀਂ ਆਪਣੇ ਇੰਪਲੋਈਜ਼ ਨੂੰ ਪੇ ਕੀਤੀ ਹੈ, ਉਹ ਤੁਸੀਂ ਆਪਣੀ ਬਿਜ਼ਨਸ ਇਨਕਮ ਦੇ ਵਿੱਚੋਂ ਮਾਈਨਸ ਕਰਕੇ ਸ਼ੋ ਕਰ ਸਕਦੇ ਹੋ। ਨੈਕਸਟ ਹੈ ਰੈਂਟ ਆਫ ਸ਼ੋਪ, ਆਫਿਸ ਐਂਡ ਗਰਾਊਂਡ। ਕੋਈ ਵੀ ਤੁਹਾਡਾ ਸ਼ੋਪ ਹੈ, ਆਫਿਸ, ਗੋਡਾਊਨ ਹੈ, ਉਹਦੇ ਉੱਤੇ ਜਿਹੜਾ ਤੁਸੀਂ ਰੈਂਟ ਪੇ ਕੀਤਾ, ਉਹਦੇ ਵਿੱਚੋਂ ਵੀ ਤੁਸੀਂ ਉਹ ਐਕਸਪੈਂਸ ਤੁਸੀਂ ਮਾਈਨਸ ਕਰ ਸਕਦੇ ਹੋ ਆਪਣੀ ਬਿਜ਼ਨਸ ਇਨਕਮ ਦੇ ਵਿੱਚੋਂ। ਨੈਕਸਟ ਆਉਂਦਾ ਹੈ ਇਲੈਕਟ੍ਰੀਸਿਟੀ ਬਿੱਲ। ਇਲੈਕਟ੍ਰੀਸਿਟੀ ਬਿੱਲ ਸਿਰਫ ਔਰ ਸਿਰਫ ਬਿਜ਼ਨਸ ਪ੍ਰੀਮਿਸਿਸ ਦਾ, ਤੁਹਾਡਾ ਕੋਈ ਹਾਊਸ ਦੀ ਇਲੈਕਟ੍ਰੀਸਿਟੀ ਹੈ ਉਹ ਅਲਾਊਡ ਨਹੀਂ ਹੈ। ਤਾਂ ਕੁਐਸਚਨ ਘੁਮਾ ਫਿਰਾ ਕੇ ਪੁੱਛਿਆ ਜਾ ਸਕਦਾ ਹੈ ਹਾਊਸ ਇਲੈਕਟ੍ਰੀਸਿਟੀ ਹੈ ਜੋ, ਉਹ ਅਲਾਊਡ ਐਕਸਪੈਂਸਿਸ ਹੈ? ਨਹੀਂ, ਉਹ ਅਲਾਊਡ ਨਹੀਂ ਹੈ। ਉਹ ਤੁਹਾਡਾ ਪਰਸਨਲ ਐਕਸਪੈਂਸ ਗਿਣਿਆ ਜਾਏਗਾ, ਤੁਹਾਡੇ ਬਿਜ਼ਨਸ ਦਾ ਨਹੀਂ ਗਿਣਿਆ ਜਾਏਗਾ। ਕਿਉਂਕਿ ਆਪਾਂ ਕਿਹੜਾ ਹੈਡ ਕਰ ਰਹੇ ਹਾਂ? ਬਿਜ਼ਨਸ ਇਨਕਮ ਵਾਲਾ ਹੈਡ ਕਰ ਰਹੇ ਹਾਂ। ਤਾਂ ਉਹਦੇ ਵਿੱਚ ਜਿਹੜੀ ਬਿਜ਼ਨਸ ਇਨਕਮ ਹੈ, ਉਹਦੇ ਵਿੱਚੋਂ ਸਿਰਫ ਔਰ ਸਿਰਫ ਬਿਜ਼ਨਸ ਦੇ ਰਿਲੇਟਿਡ ਐਕਸਪੈਂਸਿਸ ਹੀ ਮਾਈਨਸ ਕੀਤੇ ਜਾਓਗੇ, ਹੋਰ ਕੋਈ ਐਕਸਪੈਂਸਿਸ ਮਾਈਨਸ ਨਹੀਂ ਹੋਊਗੇ। ਨੈਕਸਟ ਹੈ, ਅਗਰ ਤੁਸੀਂ ਆਪਣੇ ਐਸੈਟਸ ਸੀ, ਬਿਜ਼ਨਸ ਐਸੈਟਸ ਦੀ ਕੋਈ ਵੀ ਰਿਪੇਅਰ ਐਂਡ ਮੇਨਟੇਨੈਂਸ ਕਰਵਾ ਰਹੇ ਹੋ, ਉਹ ਵਾਲੇ ਐਕਸਪੈਂਸਿਸ ਵੀ ਬਿਜ਼ਨਸ ਦੇ ਨਾਲ ਰਿਲੇਟਿਡ ਨੇ, ਉਹ ਵਾਲੇ ਐਕਸਪੈਂਸਿਸ ਵੀ ਅਲਾਉਡ ਐਕਸਪੈਂਸਿਸ ਮੰਨੇ ਜਾਓਗੇ। ਨੈਕਸਟ ਹੈ ਪਰਚੇਜ਼ ਆਫ ਰੋ ਮਟੀਰੀਅਲ। ਤੁਸੀਂ ਰੋ ਮਟੀਰੀਅਲ ਪਰਚੇਜ਼ ਕਰ ਰਹੇ ਹੋ ਗੁਡਸ ਦਾ, ਅਤੇ ਉਹ ਵੀ ਤੁਹਾਡਾ ਇੱਕ ਤਰ੍ਹਾਂ ਦਾ ਖਰਚਾ ਹੈ ਬਿਜ਼ਨਸ ਦਾ, ਉਹ ਵੀ ਤੁਸੀਂ ਆਪਣੀ ਬਿਜ਼ਨਸ ਇਨਕਮ ਦੇ ਵਿੱਚੋਂ ਮਾਈਨਸ ਕਰੋਗੇ। ਮੋਸਟ ਇੰਪੋਰਟੈਂਟ, ਇਹਨੂੰ ਸਟਾਰ ਮਾਰਕ ਕਰ ਲਓ, ਡੈਪਰੀਸੀਏਸ਼ਨ। ਇੱਥੋਂ ਤਾਂ ਕੁਐਸਚਨ ਬਣਦਾ ਹੀ ਹੁੰਦਾ ਕਿ ਜਿਹੜਾ ਡੈਪਰੀਸੀਏਸ਼ਨ ਹੈ ਉਹ ਅਲਾਉਡ ਐਕਸਪੈਂਸਿਸ ਹੈ ਜਾਂ ਨਹੀਂ ਹੈ। ਦੇਖੋ, ਡੈਪਰੀਸੀਏਸ਼ਨ ਅਲਾਉਡ ਐਕਸਪੈਂਸਿਸ ਹੈ, ਬਟ ਫਿਕਸਡ ਐਸੈਟ ਨੂੰ ਪਰਚੇਜ਼ ਕਰਨਾ ਅਲਾਉਡ ਐਕਸਪੈਂਸਿਸ ਨਹੀਂ ਹੈ, ਉਹ ਕੈਪੀਟਲ ਐਕਸਪੈਂਸਿਸ ਹੈ। ਇਹਨੂੰ ਤੁਸੀਂ ਧਿਆਨ ਰੱਖਣਾ। ਜਿਹੜੀ ਵੀ ਡੈਪਰੀਸੀਏਸ਼ਨ ਹੈ, ਜੋ ਵੀ ਫਿਕਸਡ ਐਸੈਟ ਦੇ ਉੱਤੇ ਲੱਗ ਰਹੀ ਹੈ, ਉਹ ਬਿਜ਼ਨਸ ਦੇ ਅਲਾਉਡ ਐਕਸਪੈਂਸਿਸ ਹੈ, ਉਹਨੂੰ ਮਾਈਨਸ ਕੀਤਾ ਜਾ ਸਕਦਾ ਹੈ। ਨੈਕਸਟ ਹੈ ਟੈਲੀਫੋਨ ਐਂਡ ਇੰਟਰਨੈਟ ਚਾਰਜਿਸ, ਜਿਹੜੇ ਵੀ ਹੈ ਬਿਜ਼ਨਸ ਪਰਪਸ ਲਈ ਜੋ ਯੂਜ਼ ਕੀਤੇ ਗਏ, ਉਹ ਵੀ ਮਾਈਨਸ ਹੋਊਗੇ। ਟਰੈਵਲਿੰਗ ਐਕਸਪੈਂਸਿਸ, ਕੋਈ ਵੀ ਬਿਜ਼ਨਸ ਟ੍ਰਿਪ ਹੈ, ਕੋਈ ਵੀ ਬਿਜ਼ਨਸ ਮੀਟਿੰਗ ਲਈ ਤੁਸੀਂ ਜਾ ਰਹੇ ਹੋ, ਉਹਦੇ ਜਿਹੜੇ ਟਰੈਵਲਿੰਗ ਐਕਸਪੈਂਸ ਹੈ ਉਹ ਵੀ ਅਲਾਉਡ ਐਕਸਪੈਂਸਿਸ ਹੈ, ਬਟ ਪਰਸਨਲ ਟ੍ਰਿਪ ਇਹਦੇ ਵਿੱਚ ਇੰਕਲੂਡ ਨਹੀਂ ਹੋਏਗੀ, ਸਟਾਰ ਮਾਰਕ ਕਰ ਲੈਣਾ। ਨੈਕਸਟ ਆਉਂਦਾ ਐਡਵਰਟਾਈਜ਼ਮੈਂਟ ਐਂਡ ਪ੍ਰਮੋਸ਼ਨ। ਆਪਣੇ ਪ੍ਰੋਡਕਟ ਦੀ ਐਡਵਰਟਾਈਜ਼ਮੈਂਟ ਕਰਵਾਉਣਾ, ਪ੍ਰਮੋਸ਼ਨ ਕਰਵਾਉਣਾ, ਉਹਦੇ ਉੱਤੇ ਕੀਤਾ ਗਿਆ ਖਰਚਾ ਵੀ ਬਿਜ਼ਨਸ ਐਕਸਪੈਂਸ ਹੈ, ਉਹ ਵੀ ਬਿਜ਼ਨਸ ਇਨਕਮ ਦੇ ਵਿੱਚੋਂ ਮਾਈਨਸ ਹੋਏਗਾ, ਅਤੇ ਉਹ ਵੀ ਅਲਾਉਡ ਐਕਸਪੈਂਸਿਸ ਹੋਣਗੇ। ਨੈਕਸਟ ਹੈ ਇੰਟਰਸਟ ਔਨ ਬਿਜ਼ਨਸ ਲੋਨ। ਜੋ ਵੀ ਬਿਜ਼ਨਸ ਦੇ ਉੱਤੇ ਤੁਸੀਂ ਲੋਨ ਲਿਆ, ਉਹਦੇ ਉੱਤੇ ਪੇ ਕੀਤਾ ਜਾਣ ਵਾਲਾ ਇੰਟਰਸਟ, ਉਹ ਵੀ ਬਿਜ਼ਨਸ ਦਾ ਐਕਸਪੈਂਸ ਹੈ।
ठीक है, बिजनेस की इनकम के विचों भी माइनस होएगा। ऑफिस एक्सपेंसिस दे विच एक बार देख लो की आएगा, स्टेशनरी, प्रिंटर, इंक, पैकेजिंग मटीरियल एक्सैक्ट्रा, जो भी छोटे छोटे खर्चे है वो सारे ऑफिस एक्सपेंसिस ने, वो भी थोड़े बिजनेस इनकम के विचों माइनस हो गए। हुण है नैक्सट पेज के उत्ते कि किहड़े एक्सपेंसिस है जो इनकम टैक्स लो वालों अलो नहीं किए गए, मतलब जो भी बिजनेस इनकम होएगी ਉਹਦੇ ਵਿੱਚੋਂ ਤੁਸੀਂ ਇਹ ਵਾਲੇ ਐਕਸਪੈਂਸਿਸ ਮਾਈਨਸ ਨਹੀਂ ਕਰਨੇ। ਠੀਕ ਹੈ, ਇਹਨੂੰ ਵੀ ਸਟਾਰ ਮਾਰਕ ਕਰ ਲਓ। ਜਿਹੜੇ ਨੋਟ ਦੇ ਵਿੱਚ ਕੁਐਸਚਨ ਆਉਗੇ ਉਹ ਇਹ ਵਾਲੇ ਟੌਪਿਕਸ ਦੇ ਵਿੱਚੋਂ ਆਉਗੇ। ਜਿੱਦਾਂ ਪਰਸਨਲ ਐਕਸਪੈਂਸਿਸ ਹੈ ਜੋ ਆਪਸ਼ਨਸ ਦੇ ਵਿੱਚ ਦਿੱਤਾ ਜਾ ਸਕਦਾ ਹੈ ਕਿ ਕਿਹੜੇ ਇਹਨਾਂ ਦੇ ਵਿੱਚੋਂ ਅਲਾਉਡ ਐਕਸਪੈਂਸਿਸ ਆ, ਉਹਦੇ ਵਿੱਚੋਂ ਇੱਕ ਆਪਸ਼ਨ ਹੋਏਗਾ ਪਰਸਨਲ ਐਕਸਪੈਂਸਿਸ। ਤਾਂ ਇਹ ਪਰਸਨਲ ਐਕਸਪੈਂਸਿਸ ਅਲਾਉਡ ਐਕਸਪੈਂਸਿਸ ਨਹੀਂ ਹੈ, ਯਾਦ ਰੱਖਣਾ। ਜੋ ਵੀ ਤੁਸੀਂ ਇਨਕਮ ਟੈਕਸ ਪੇ ਕੀਤਾ ਤੁਹਾਡੀ ਉਹ ਪਰਸਨਲ ਇਨਕਮ ਹੈ। ਪਰਸਨਲ ਇਨਕਮ ਦੇ ਵਿੱਚੋਂ ਜਿਹੜਾ ਤੁਸੀਂ ਇਨਕਮ ਟੈਕਸ ਪੇ ਕੀਤਾ ਉਹ ਤੁਹਾਡੇ ਬਿਜ਼ਨਸ ਦੀ ਇਨਕਮ ਦਾ ਕੋਈ ਵੀ ਪਾਰਟ ਨਹੀਂ ਹੈ, ਉਹ ਵੀ ਡਿਸਅਲਾਉਡ ਐਕਸਪੈਂਸਿਸ ਦੇ ਵਿੱਚ ਆਊਗੇ। ਕੋਈ ਵੀ ਤੁਸੀਂ ਪੈਨਲਟੀ ਪੇ ਕੀਤੀ, ਕੋਈ ਵੀ ਫੀ ਫਾਈਨ ਵਗੈਰਾ ਪੇ ਕੀਤਾ ਹੈ, ਉਹ ਵੀ ਤੁਹਾਡੇ ਅਲਾਉਡ ਐਕਸਪੈਂਸਿਸ ਨਹੀਂ ਨੇ। ਹੁਣ ਇਹ ਸਟਾਰ ਮਾਰਕ ਕਰ ਲੈਣਾ ਕੈਪੀਟਲ ਐਕਸਪੈਂਡੀਚਰ। ਕੋਈ ਵੀ ਤੁਸੀਂ ਐਸੈਟ ਪਰਚੇਸ ਕੀਤਾ, ਚਾਹੇ ਬਿਲਡਿੰਗ, ਚਾਹੇ ਤੁਸੀਂ ਮਸ਼ੀਨਰੀ ਪਰਚੇਸ ਕੀਤੀ ਹੈ, ਉਹਨੂੰ ਤੁਸੀਂ ਐਜ਼ ਆਫਿਸ ਐਕਸਪੈਂਸ ਜਾਂ ਬਿਜ਼ਨਸ ਐਕਸਪੈਂਸ ਨਹੀਂ ਮੰਨੋਗੇ ਕਿਉਂਕਿ ਉਹ ਕੈਪੀਟਲ ਐਕਸਪੈਂਡੀਚਰ ਹੈ। ਤੇ ਪਰ ਉਹਦੇ ਉੱਤੇ ਲੱਗਣ ਵਾਲੀ ਡੈਪਰੀਸੀਏਸ਼ਨ ਹੈ ਉਹ ਅਲਾਉਡ ਐਕਸਪੈਂਸਿਸ ਹੈ, ਇਸ ਕਰਕੇ ਮੈਂ ਸਟਾਰ ਮਾਰਕ ਕਰਵਾਇਆ ਸੀ। ਕੁਐਸਚਨ ਹੈ ਇੱਥੋਂ ਹੀ ਟ੍ਰਿਕੀ ਬਣੇਗਾ। कैपिटल एक्सपेंडिचर भी तुहानूं दे सकते हैं, जिद्दां परचेज की बिल्डिंग, मशीनरी एंड कोई भी अदर एसेट। तो बच्चे कन्फ्यूज़ होके कि ये बिजनेस ने परचेज किया तो बिजनेस का एक्सपेंस है, इस करके वो इनकम के विचों माइनस होएगा। नहीं, वो कैपिटल नेचर का है, इस करके कैपिटल नेचर वाले एक्सपेंडिचर है और बिजनेस इनकम के विचों माइनस नहीं होगे। पर डैप्रीसीएशन उन्होंने उत्ते लगन वाली डैप्रीसीएशन माइनस होएगी, वो अलाउड एक्सपेंसिस ने। नैक्सट है ये एग्जाम के क्वेश्चन कितना पूछे जा सकते हैं। पहला तो डिफाइन पूछी जा सकती है कि अलाउड एक्सपेंसिस की ने, कि वो एक्सपेंसिस जो पूरे के पूरे तरीके दे नाल बिजनेस दे नाल रिलेटिड है तो इनकम टैक्स लो वालों अलाउड किए गए हैं कि उन्होंने तुसी डिडक्ट कर सकते हो, माइनस कर सकते हो जो तुसी बिजनेस की इनकम नूं कंप्यूट करना है। ठीक है, नैक्सट देखो, विच ऑफ द फॉलोइंग इज़ नॉट एन अलाउड एक्सपेंसिस। आ सारे दे सारे है जेडे एक्सपेंसिस है अलाउड एक्सपेंसिस नहीं ने। इनकम टैक्स पेड है पर्सनल है, पेनल्टी भी पर्सनल है, पर्सनल एक्सपेंसिस भी पर्सनल एक्सपेंसिस है जो तुसी अपने उत्ते किया है, बिजनेस का ये कोई लेना देना नहीं है। नैक्सट देखो, डेप्रीसीएशन इज़ अलोएबल अंडर विच हैड। डेप्रीसीएशन किहड़े हैड के अंदर अलोएबल है, तो वो तुसी याद रखोगे प्रॉफिट एंड गेन फ्रॉम बिजनेस प्रोफैशन दे विच डेप्रीसीएशन नूं माइनस किया जाता है बिजनेस इनकम कंप्यूट करने वास्ते। सैलरी पेड टू इंप्लॉय इज़ अलाउड बिजनेस एक्सपेंसिस। जिन्नी भी सैलरी वेजिस जो भी तुसी कमीशन बोनस पे कर रहे हो अपने इंप्लॉयज़ नूं, वो सारे दे सारे अलाउड एक्सपेंसिस ने और वो बिजनेस इनकम नूं कंप्यूट करने वास्ते माइनस किए जाऊगे। ये चीज़ याद रखना। सो ये सी अपना थर्ड हैड जिहदे विच आपां बिजनेस इनकम के बारे गल कीती। क्वेश्चन किद्दां पूछे जाओगे ये भी मैं तुहानूं दस दिता है। नैक्सट टॉपिक आंदा है साडे कोल कैपिटल गेन। कैपिटल गेन की हुंदा है, जो भी तुसी प्रॉफिट किया है सेल करके या ट्रांसफर करके कैपिटल एसेट्स नूं, उहनूं आपां कैपिटल गेन बोलते हैं। ठीक है, जदों तुसी कोई एसेट मतलब कोई भी ज़मीन हो सकती है, लैंड, बिल्डिंग, जूलरी, शेयर्स खरीद के बाद दे विच बेचते हो तो उसके उपर होने वाला प्रॉफिट उन्होंने कैपिटल गेन कहते हैं। हुण कैपिटल एसेट्स क्वेश्चन अराइज होंदा कि कैपिटल एसेट्स किहड़े हो सकते हैं। कोई भी वैल्यूएबल चीज़ जो तुसी इन्वेस्ट लई रखी हुई है उन्होंने ही कैपिटल एसेट बोलिया जाता है। सम एग्जाम्पल्स मैं नीचे लिस्ट लिखी है, लैंड, हाउस, बिल्डिंग, गोल्ड और जूलरी भी ये विच आएगा। शेयर्स एंड सिक्योरिटीज़, गुडविल, अगर तुसी अपना बिजनेस सेल किया है वो उत्ते होने वाली जी गुडविल है, अगर तुसी बेची है जनरेटेड गुडविल वो भी आएगी। राइट्स, किहड़े राइट्स, राइट टू परचेज प्रॉपर्टी एक्सैक्ट्रा, ये भी सारे तुहाडे की ने कैपिटल एसेट्स ने। नैक्सट आ जाओ, नोट आ कैपिटल एसेट्स। किहड़े कैपिटल एसेट्स नहीं है, वेरी 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 इंपॉर्टेंट PSTCL वास्ते, इनू स्टार मार्क कर लो। ओड वन आउट दे विच पूछा जा सकता है कि किहड़े कैपिटल एसेट्स नहीं है। सब तो पहला मोस्ट इंपॉर्टेंट एग्जाम्पल है रूरल एग्रीकल्चर लैंड। जिहड़ा भी थोड़ा रूरल एग्रीकल्चर है वो थोड़ा कैपिटल एसेट नहीं है। कोई भी थोड़ी पर्सनल बिलोंगिंग्स ने, ठीक है, हो गया क्लोथ्स, हो गया फर्नीचर, हो गया जो थोड़ा पर्सनल चीज़ है वो भी ये विच अलाउड नहीं है। नैक्सट है जूलरी। हुण इत्थे बच्चे कन्फ्यूज़ होंगे, जूलरी भी तो साडा पर्सनल एसेट है, पर जूलरी नूं हमेशा हमेशा आपां किहदे विच लैना है, कैपिटल एसेट दे विच लैना है, ईवन दो वो पर्सनल यूज़ लई होवे।
ठीक है, चाहे वो पर्सनल यूज़ ਲਈ ਹੋਵੇ ਚਾहे वो प्रोफैशनल यूज़ ਲਈ ਹੋਵੇ। ਜੂਲਰੀ अगर आ गया तो हमेशा ਕਿਹੜਾ ਐਸੈਟ ਹੋਏਗਾ, कैपिटल एसैट। तो मैं सारियां सिर्फ इंपॉर्टेंट चीज़ां ही नोट्स ਦੇ ਵਿੱਚ ऐड ਕੀਤੀਆਂ है। नैक्सट है क्वेश्चन कितना पूछा जा सकता है, इंपॉर्टेंट पॉइंट है एग्जाम वास्ते, वैन डज कैपिटल गेन अराइज, कि कैपिटल गेन कदों अराइज होएगा। सिर्फ और सिर्फ ट्रांसफर के केस दे विच ही कैपिटल गेन अराइज होएगा। ट्रांसफर दे विच की चीज़ां आ जांदियां, सेल करना, एक्सचेंज करना, रिलिंक्विशमेंट करना और कंपलसरी एक्वाइजेशन करना। ये सारी दी सारी किस टर्म के अंदर आऊगी, ट्रांसफर की टर्म के आऊगी। जे तो क्वेश्चन के ट्रांसफर लिखा गया तुसीं उहनूं टिक करोगे, जे उन्हां दे विचों ये चीज़ां लिखियां ने तो ये भी सही ने, ठीक है। रीलिंक्विशमेंट का मतलब की है, राइट्स गिव अप करना। मैं तुहानूं दस्सिया सी ना कि अपने वॉलेंटरी अपनी मर्जी के नाल अगर तुसीं अपना कोई राइट गिव अप किया है कि नहीं, तुहानूं ये चीज़ नहीं चाहिए, उस टर्म नूं आपां रीलिंक्विशमेंट बोलते हैं, ठीक है। ये सारिया चीज़ां किहदे विच आउगियां, ट्रांसफर दे विच आउगियां। अगर मैं दोबारा रिपीट कर रही हाँ, क्वेश्चन दे विच ट्रांसफर नहीं लिखा गया, अगर उन्हां दे विचों ये ऑप्शन तुहानूं दिख रहे ने तो ये भी की ने, कैपिटल गेन इन्हां दे टाइम ते भी अराइज हो सकता है। नैक्सट है टाइप्स ऑफ कैपिटल गेन। दो तरह के कैपिटल गेन होंगे, शॉर्ट टर्म कैपिटल गेन जिन्हों आप बोलते हैं STCG, ठीक है। हुण इन्हां दा टिपिकल होल्डिंग पीरियड कितना होएगा तो तुसीं इहनूं कदों शॉर्ट टर्म कैपिटल गेन मनोगे, जिन्हें भी थोड़े शेयर्स है लिस्टिड वाले, अगर वो शेयर्स लैस दैन 12 मंथ्स दे है, ठीक है, उन्होंने जी लाइफ पीरियड है या लाइफ टाइम है वो 12 मंथ्स तो घट है, वो STCG हो जाएगा। तो इमूवेबल प्रॉपर्टी जिहदे विच फिक्सड एसेट्स आ जाते हैं, लैंड बिल्डिंग वगैरह, उन्हों का टाइम पीरियड है लैस दैन 24 मंथ्स। अगर ये दोनों चीज़ां कंडीशन फुलफिल हो रही हैं तो उन्होंंने तुसीं किस कैटेगरी दे विच पाओगे, STCG की कैटेगरी दे विच। नैक्सट आ जाओ, जेडे STCG है यूजली टैक्सड एट नॉर्मल रेट्स, जो भी नॉर्मल रेट्स सानू लोन ने दिते वो उत्ते टैक्स किया जाता है, एक्सैप्ट सम स्पैशल केसिस, ये नहीं पूछा जाएगा, सिर्फ इन्ना याद रखना जेडे STCG है वो नॉर्मल रेट्स के उत्ते ही टैक्स किए जाते हैं। नैक्सट आ जाओ, लॉन्ग टर्म कैपिटल गेन सैकेंड टाइप। हुण इहदा होल्डिंग पीरियड कितना होएगा, शेयर्स है लिस्टिड वाले वो मोर दैन होने चाहिए 12 मंथ्स, तो लैंड बिल्डिंग मतलब इमूवेबल प्रॉपर्टीज़ है जो भी, उन्हों का टाइम पीरियड मोर दैन होना चाहिए 24 मंथ्स। मतलब पिछले वाले STCG तो रिवर्स कर दोगे कंडीशंस, वो सारियां थोड़ियां किरियां बन जाऊगी LTCG दियां, लॉन्ग टर्म कैपिटल गेन दियां। और एक कंसैशनल रेट्स के उत्ते टैक्स किए जाते हैं, चीज़ याद रखना। जोड़ा शॉर्ट टर्म कैपिटल गेन है वो नॉर्मल रेट्स के उत्ते टैक्स लगता उन्होंने उत्ते, तो जोड़ा LTCG है उन्होंने कंसैशनल रेट्स के उत्ते टैक्स किया जाता है। नैक्सट आ जाओ, वट इज़ कॉस्ट ऑफ एक्वाइजेशन, ठीक है। हुण कॉस्ट ऑफ एक्वाइजेशन की है, कोई भी अमाउंट जो तुसी ओरिजिनली पे किया है उस चीज़ को बाय करने वास्ते, उन्होंने बोल देवांगे कॉस्ट ऑफ एक्वाइजेशन। पर कॉस्ट ऑफ इंप्रूवमेंट की है, कोई भी पैसा जो तुसी स्पेंड किया अपने कंडीशन को इंप्रूव करने वास्ते, वो कॉस्ट ऑफ इंप्रूवमेंट हो जाएगा। क्वेश्चन के पूछा जा सकता है कि एक्वाइजेशन की हुंदा है तो इंप्रूवमेंट की हुंदा है, मैं तुहानूं दस दिता है। नैक्सट आ जाओ, कंप्यूटेशन फॉर्मूलाज, कि तुसी शॉर्ट टर्म कैपिटल गेन किद्दां निकालना है, इंपॉर्टेंट चीज़ है। तो तुसी लॉन्ग टर्म कैपिटल गेन किद्दां निकालना है, प्रैक्टिकल नहीं पूछा जाएगा, तुहाडे कोल सिर्फ फॉर्मूला पूछा जा सकता है। तो देखो शॉर्ट टर्म कैपिटल गेन दे विचों किद्दां निकालना है, सेल्स प्राइस जिन्ना भी होएगा ਉਹਦੇ ਵਿੱਚੋਂ ਕੀ ਆਈਟਮਸ ਤੁਸੀਂ ਮਾਈਨਸ ਕਰਨੀ ਹੈ। ਪਹਿਲਾ ਤੁਸੀਂ ਕੋਸਟ ਆਫ ਪਰਚੇਸ, ਜੋ ਤੁਸੀਂ ਕੋਸਟ ਆਫ ਐਕਵਾਈਜ਼ੇਸ਼ਨ ਵੀ ਲਿਖਿਆ ਹੋ ਸਕਦਾ ਇਹਦੀ ਜਗ੍ਹਾ ਤੇ, ਯਾਦ ਰੱਖਣਾ ਕੋਸਟ ਆਫ ਐਕਵਾਈਜ਼ੇਸ਼ਨ ਪਲੱਸ ਕੋਸਟ ਆਫ ਇੰਪਰੂਵਮੈਂਟ ਜੋ ਵੀ ਤੁਸੀਂ ਉਸ ਐਸੈਟ ਦੇ ਉੱਤੇ ਲਗਾਈ ਹੈ, ਪਲੱਸ ਟ੍ਰਾਂਸਫਰ ਐਕਸਪੈਂਸਿਸ, उस एसेट्स ਨੂੰ बेचण वास्ते या ट्रांसफर करने वास्ते जिन्ने भी एक्सपेंसिस ਸੀਗੇ ਉਹ ਵੀ ਤੁਸੀਂ ਇਹ ਚੀਜ਼ਾਂ ਦੇ ਵਿੱਚ ਐਡ ਕਰੋਗੇ। ਤੇ ਉਹ ਸਾਰੀਆਂ ਚੀਜ਼ਾਂ ਨੂੰ ਪਹਿਲੀ ਪਰਚੇਸ ਪ੍ਰਾਈਸ ਨੂੰ, ਇੰਪਰੂਵਮੈਂਟ ਕੋਸਟ ਨੂੰ ਤੇ ਤੀਜੀ ਟ੍ਰਾਂਸਫਰ ਐਕਸਪੈਂਸਿਸ ਨੂੰ, ਤਿੰਨਾਂ ਨੂੰ ਐਡ ਕਰਕੇ ਸੇल्स प्राइस ਦੇ ਵਿੱਚੋਂ ਮਾਈਨਸ ਕਰ ਦੋਗੇ। ਇਹ ਤੁਹਾਡਾ ਆਏਗਾ शॉर्ट टर्म कैपिटल गेन। सिंपल है बहुत ज़्यादा, पर लॉन्ग टर्म कैपिटल गेन ਦੇ ਵੱਲ ਧਿਆਨ ਦੇਣਾ। ਇਹਦੇ ਵਿੱਚ ਕੀ ਆਏਗਾ, ਸੇल्स प्राइस ਦੇ ਵਿੱਚੋਂ ਤੁਸੀਂ ਮਾਈਨਸ ਕੀ ਕਰੋਗੇ, ਇੰਡੈਕਸਡ ਕੋਸਟ ਆਫ ਐਕਵਾਈਜ਼ੇਸ਼ਨ, ਇੰਡੈਕਸਡ ਕੋਸਟ ਆਫ ਇੰਪਰੂਵਮੈਂਟ ਪਲੱਸ ਟ੍ਰਾਂਸਫਰ ਐਕਸਪੈਂਸਿਸ। ਇਹਨਾਂ ਤਿੰਨਾਂ ਨੂੰ ਹੈਗੀ ਉਹੀ ਚੀਜ਼ਾਂ ਨੇ, ਬਸ ਇੱਥੇ ਇੰਡੈਕਸ ਵਰਡ ਕਿਉਂ ਲੱਗਿਆ ਹੈ, ਕਿਉਂਕਿ ਆਪਾਂ ਇਨਫਲੇਸ਼ਨ ਨਾਲ ਜੋੜਨਾ ਹੈ ਲੌਂਗ ਟਰਮ ਦੇ ਵਿੱਚ। शॉर्ट टर्म ਦੇ ਵਿੱਚ ਇਨਫਲੇਸ਼ਨ ਦਾ ਕੋਈ ਰੋਲ ਨਹੀਂ ਹੈ, ਮਹਿੰਗਾਈ ਦਾ ਕੋਈ ਰੋਲ ਨਹੀਂ ਹੈ, ਪਰ ਲੌਂਗ ਟਰਮ कैपिटल गेन ਦੇ ਵਿੱਚ ਤੁਸੀਂ इन्फ्लेशन इंक्लूड करोगे, ठीक है। इन्फ्लेशन वाली कॉस्ट ऑफ एक्वाइजेशन ऐड करोगे, इन्फ्लेशन वाली ही कॉस्ट ऑफ इंप्रूवमेंट ऐड करोगे, तो तुसी ट्रांसफर एक्सपेंसिस नू प्लस कर दोगे, वो सारे तीनों चीज़ों प्लस करके सेल्स दे विचों माइनस कर दोगे, थोड़ा की आ जाएगा लॉन्ग टर्म
कैपिटल गेन। हुण क्वेश्चन है कि लॉन्ग टर्म कैपिटल गेन दे विच इंडैक्सेशन लगती है। क्वेश्चन इदां ही पूछा जाएगा कि इंडैक्सेशन किस गेन दे उत्ते लगती है, शॉर्ट टर्म गेन दे उत्ते लगती है या लॉन्ग टर्म दे उत्ते। तो तुसीं याद रखना है ये हमेशा इंडैक्सेशन हमेशा लॉन्ग टर्म दे उत्ते लगती है। इहदा मतलब की है कॉस्ट नूं इन्फ्लेशन के हिसाब नाल वधा के मंदे आ ताकि प्रॉफिट घट जाए। ठीक है, क्योंकि कॉस्ट जिहड़ी है वो वध जाऊगी, कॉस्ट वध जाऊगी, प्रॉफिट घट जाएगा तो टैक्स पेयर नूं भी घट टैक्स पेयर नूं बैनीफिट होएगा तो घट टैक्स पे करना पेगा। इंडैक्सेशन का मतलब सिंपल वर्ड्स दे विच समझो इन्फ्लेशन महंगाई हुंदी है। ठीक है, आ देखो एग्जाम्पल देखो, कॉस्ट सीगी 1 लाख की एसेट की, इंडैक्सेशन मतलब प्राइजिस दे वधन नाल उस एसेट की कॉस्ट कितनी होगी 1,60,000। महंगाई वध गई ना, वही एसेट हुण मैनू ये तुसीं मान लो ये 2024 की गल है। ठीक है, हुण मैं अगर 2025 की गल करा, प्राइजिस वध गए, प्राइजिस का वधना ही की हुंदा है इन्फ्लेशन हुंदा है, तो इन्फ्लेशन नूं ही आपां की बोलते हैं इंडैक्सेशन बोलते हैं। ठीक है, हुण वो चीज़ हो गई, हुण तुहानूं वही एसेट सेम एसेट किन्ने दा पेगा 1,60,000 का, सेल प्राइस कितना है 2 लाख। ਜਦੋਂ ਤੁਸੀਂ 2 ਲੱਖ ਦੇ ਵਿੱਚੋਂ ਇੰਡੈਕਸੇਸ਼ਨ ਵਾਲਾ ਪ੍ਰਾਈਸ ਮਾਈਨਸ ਕਰ ਦੋਗੇ ਤੁਹਾਡੇ ਕੋਲ 40,000 ਪ੍ਰੋਫਿਟ ਆਏਗਾ। ਪ੍ਰੋਫਿਟ ਘਟ ਗਿਆ ਅਗਰ ਇੰਡੈਕਸੇਸ਼ਨ ਮੈਂ ਐਡ ਨਾ ਕਰਦੀ, ਮੰਨ ਲਓ कि मैं इंडैक्सेशन ना कंसीडर करती, वो वाला फैक्टर ना कंसीडर करती, सीधा सेल प्राइस के विचों 2 लाख दे विचों मैं कॉस्ट माइनस कर देंदी 1 लाख, तो मेरे को प्रॉफिट कितना आंदा 1 लाख। प्रॉफिट वादा आंदा है ना इंडैक्सेशन तो पहला, इन्फ्लेशन तो पहला, तो टैक्स पेयर नूं ज़्यादा टैक्स पे करना पैंदा 1 लाख के प्रॉफिट के उत्ते, तो हुण मेरे को सिर्फ 40,000 आ रहा है, तो प्रॉफिट घट शो किया जाता है इंडैक्सेशन के नाल, इस करके यह टैक्स पेयर नूं बैनीफिट हुंदा है। तो तुसीं इस चीज़ नूं इदां भी याद रखना है, इंडैक्सेशन का किनू फायदा होंदा है, इंडैक्सेशन का या फिर इन्फ्लेशन का या प्राइजिस दे राइज होने का फायदा टैक्स पेयर नूं होंदा है, क्योंकि प्राइजिस दे वधन नाल कॉस्ट वध जाती है, प्रॉफिट घट जाता है। ठीक है, याद रखना प्रॉफिट घट जाता है। नैक्सट आ जाओ, इंडैक्सेशन या फिर तुसी इन्फ्लेशन कह सकते हो, मैं तीनों कीवर्ड्स बोल रही हूँ, राइज इन प्राइजिस भी हो सकता है। टैक्स पेयर का फायदा करती है, प्रॉफिट घट दिखाती है इंडैक्सेशन। नैक्सट आ जाओ इंपॉर्टेंट, वट इज़ नॉट कैपिटल गेन, की चीज़ कैपिटल गेन नहीं है, तो मैं क्रॉस मार्क किया है, ये चीज़ कैपिटल गेन दे विच इंक्लूड नहीं होएगी, क्योंकि ज़्यादातर क्वेश्चन ट्रिकी बनाने वास्ते वो नोट वाले क्वेश्चन पूछते हैं। तो ये चीज़ याद रखना, जो भी कैपिटल गेन जो भी तुहानूं गेन होया रूरल एग्रीकल्चर लैंड नूं बेच के, वो कैपिटल गेन दे विच इंक्लूड नहीं होएगा। नैक्सट है साढ़े कोल पर्सनल हाउसहोल्ड आइटम्स के उत्ते कोई भी अगर गेन होया वो भी नहीं इंक्लूड होएगा। नो कैपिटल गेन ऑन डिस्ट्रीब्यूशन ऑफ एसेट्स ऑन पार्टीशन ऑफ हिंदू इंडिविजुअल फैमिली। अगर HUF है थोड़े, तो अगर तुसी अपने एसेट्स नूं डिस्ट्रीब्यूट कर रहे हो अपने मैंबरस दे विच, उहदे उत्ते होने वाला गेन भी तुसी कैपिटल गेन नहीं मनोगे। नैक्सट है नो कैपिटल गेन ऑन गिफ्ट, वेरी 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 इंपॉर्टेंट चीज़, स्टार मार्क कर लो। अगर तुहानूं किसी ने गिफ्ट दिता या तुसी किसी नूं गिफ्ट दिता, उहदे उत्ते भी कोई भी कैपिटल गेन नहीं मन्निया जाएगा। गिवर मतलब मान लो A परसन और B परसन, A ने B नूं गिफ्ट दिता, A इत्थे टैक्सेबल नहीं होएगा, B टैक्सेबल हो सकता है, पर कंडीशन है उहदी भी, बट रिसिप्टेंट मे बी टैक्स अंडर अदर सोर्सिस। ठीक है, हुण इहनूं कैपिटल गेन वाले हैड के अंदर नहीं टैक्स किया जाएगा, कि अंदर टैक्स किया जाएगा अदर सोर्सिस के विच, जो लास्ट साडा हैड है वो आपां हुणे पढ़ांगे, पर उदों ही किया जाएगा अगर गिफ्ट की जिहड़ी वैल्यू है, वर्थ है, वो 50,000 तो ज़्यादा है, तो वो बंदा टैक्सेबल है, अदरवाइज वो टैक्सेबल नहीं है। अगर 50,000 तो घट वाले गिफ्ट है, वो वाले गिफ्ट टैक्सेबल नहीं है। आई थिंक तुहानूं ये चीज़ क्लीयर हो गई है। क्वेश्चन इत्थों बनते हैं, स्टार मार्क कर लेना। नैक्सट आ जाओ, आफ्टर कैपिटल गेन डिडक्शन अलाउड, कि कैपिटल गेन तो बाद डिडक्शनस अलाउड होंदियां, जिद्दां आपां बिजनस इनकम दे विच पढ़िया सी, अलाउएबल एक्सपेंसिस और डिसअलाउएबल एक्सपेंसिस, अलाउएबल नूं माइनस किया जाता सी, उदां दी कोई डिडक्शनस है कैपिटल गेन दे विच। सम डिडक्शनस अलाउड है अंडर सैक्शन 54F दे विच, उदां इन्नी डिडक्शनस इहदे विच अलाउड नहीं है। इनकम फ्रॉम अदर सोर्स, नैक्सट आंदा साडे कोल हैड इनकम फ्रॉम अदर सोर्सिस, जिन्नी भी इनकम है ऊपर वाले हैड्स दे विच फिट नहीं बैठ रही, वो सारी दी सारी इनकम कित्थे चल जाऊगी, 5th हैड दे विच चल जाऊगी, इनकम फ्रॉम अदर सोर्सिस दे विच।
ਇਹਦੇ ਵਿੱਚ ਕੀ ਆਏਗਾ, ਜੋ ਇਨਕਮ ਬਾਕੀ 4 ਹੈਡਸ ਮਤਲਬ ਸੈਲਰੀ, ਹਾਊਸ ਪ੍ਰੋਪਰਟੀ, ਬਿਜ਼ਨਸ, ਕੈਪੀਟਲ ਗੇਨ ਦੇ ਵਿੱਚ ਫਿਟ ਨਹੀਂ ਹੁੰਦੀ, ਉਹ ਇਹਦੇ ਵਿੱਚ ਚਲ ਜਾਂਦੀ ਹੈ। ਐਗਜ਼ਾਮਪਲ ਯਾਦ ਰੱਖ ਲੈਣਾ, ਡਾਇਰੈਕਟ ਪੁੱਛਿਆ ਜਾ ਸਕਦਾ ਹੈ ਇਹਦੇ ਵਿੱਚੋਂ ਕਿਹੜੀ ਇਨਕਮ ਹੈ ਜੋ ਅਦਰ ਸੋਰਸਿਸ ਦੇ ਵਿੱਚ ਕੈਲਕੂਲੇਟ ਹੋਏਗੀ। ਪਹਿਲਾ ਹੈ ਇੰਟਰਸਟ ਇਨਕਮ, ਚਾਹੇ ਉਹ ਬੈਂਕ ਦਾ FD ਉੱਤੇ ਇੰਟਰਸਟ ਮਿਲ ਰਿਹਾ ਤੁਹਾਨੂੰ, ਚਾਹੇ ਸੇਵਿੰਗ ਅਕਾਊਂਟ ਉੱਤੇ ਮਿਲ ਰਿਹਾ, ਚਾਹੇ ਰੀਕਰਿੰਗ ਡਿਪੋਜ਼ਿਟ ਦੇ ਉੱਤੇ ਮਿਲ ਰਿਹਾ, ਚਾਹੇ ਬੋਨਸ ਦੇ ਉੱਤੇ ਮਿਲ ਰਿਹਾ, ਚਾਹੇ ਡਿਬੈਂਚਰਸ ਦੇ ਉੱਤੇ ਮਿਲ ਰਿਹਾ, ਜੋ ਵੀ ਇੰਟਰਸਟ ਹੈ ਉਹ ਸਾਰਾ ਦਾ ਸਾਰਾ ਕਿਹਦੇ ਵਿੱਚ ਚਲ ਜਾਏਗਾ, ਅਦਰ ਸੋਰਸਿਸ ਦੇ ਵਿੱਚ ਚਲ ਜਾਏਗਾ। ਇੰਟਰਸਟ ਇਜ਼ ਆਲਵੇਜ਼ ਟੈਕਸੇਬਲ ਅੰਡਰ IFOS ਈਵਨ ਆਣਾ ਇੱਥੇ, ਈਵਨ ਸੇਵਿੰਗ ਅਕਾਊਂਟ 'ਤੇ ਮਿਲਣ ਵਾਲਾ ਇੰਟਰਸਟ ਵੀ ਟੈਕਸੇਬਲ ਹੈ। ਨੈਕਸਟ ਹੈ ਤੁਹਾਡੇ ਕੋਲ ਡਿਵੀਡੈਂਡ ਇਨਕਮ, ਕੋਈ ਵੀ ਡਿਵੀਡੈਂਡ ਇਨਕਮ ਹੈ ਉਹ ਵੀ ਟੈਕਸੇਬਲ ਹੈ। ਡਿਵੀਡੈਂਡ ਇਨਕਮ ਫਰੋਮ ਇੰਡੀਅਨ ਕੰਪਨੀਜ਼ ਟੈਕਸੇਬਲ ਇਨ ਹੈਂਡਸ ਆਫ ਸ਼ੇਅਰ ਹੋਲਡਰਸ, ਕੰਪਨੀ ਡਿਵੀਡੈਂਡ ਦੇਵੇ ਇਹ IOF ਦੇ ਵਿੱਚ ਟੈਕਸੇਬਲ ਹੁੰਦਾ ਹੈ। ਜਿੰਨਾ ਡਿਵੀਡੈਂਡ ਉਹਨਾਂ ਨੂੰ ਪੇ ਕੀਤਾ ਜਾਂਦਾ ਉਹ ਡਿਵੀਡੈਂਡ ਜਿਹੜਾ ਸ਼ੇਅਰ ਹੋਲਡਰਸ ਨੂੰ ਮਿਲਦਾ ਹੈ ਉਹ ਡਿਵੀਡੈਂਡ ਟੈਕਸੇਬਲ ਹੁੰਦਾ ਹੈ, ਮਤਲਬ ਸ਼ੇਅਰ ਹੋਲਡਰਸ ਉਹਦਾ ਟੈਕਸ ਪੇ ਕਰੋਗੇ। ਨੈਕਸਟ ਹੈ ਫੈਮਿਲੀ ਪੈਨਸ਼ਨ ਰਿਸੀਵਡ ਬਾਈ ਫੈਮਿਲੀ ਮੈਂਬਰਸ, ਵਾਈਫ, ਚਿਲਡਰਨ ਆਫਟਰ ਡੈਥ ਆਫ ਇੰਪਲੋਏ, ਤਾਂ ਉਹਨਾਂ ਨੂੰ ਜਿਹੜੀ ਮਿਲਣ ਵਾਲੀ ਸੈਲਰੀ ਹੈ ਉਹ ਵੀ ਟੈਕਸੇਬਲ ਹੈ। ਬਟ ਇਹਦੇ ਵਿੱਚ ਪਰਸਨਲ ਜਿਹੜੀ ਇੰਪਲੋਏ ਨੂੰ ਮਿਲ ਰਹੀ ਹੈ ਪੈਨਸ਼ਨ, ਉਹ ਵਾਲੀ ਪੈਨਸ਼ਨ ਟੈਕਸੇਬਲ ਨਹੀਂ ਹੋਏਗੀ। ਠੀਕ ਹੈ, ਉਹ ਵਾਲੀ ਪੈਨਸ਼ਨ ਕਿੱਥੇ ਜਾਏਗੀ, ਸੈਲਰੀ ਵਾਲੇ ਹੈਡ ਦੇ ਵਿੱਚ ਜਾਏਗੀ। ਨੈਕਸਟ ਹੈ ਗਿਫਟ ਰਿਸੀਵਡ, ਇਫ ਯੂ ਰਿਸੀਵਡ ਮੋਰ ਦੈਨ 50,000 ਵਾਲਾ ਗਿਫਟ ਪੂਰੇ ਸਾਲ ਦੇ ਵਿੱਚ ਕੈਲਕੂਲੇਟ ਕੀਤਾ ਜਾਂਦਾ ਹੈ, ਈਅਰ। ਠੀਕ ਹੈ, ਪੂਰੇ ਸਾਲ ਦੇ ਵਿੱਚ ਜਿੰਨੇ ਵੀ ਤੁਹਾਨੂੰ ਗਿਫਟ ਮਿਲੇ ਆ ਉਹਦੀ ਵੈਲਿਊ ਨੂੰ ਕੈਲਕੂਲੇਟ ਕਰਕੇ ਅਗਰ ਉਹ 50,000 ਤੋਂ ਵੱਧ ਆ ਰਹੀ ਹੈ ਤਾਂ ਉਹ ਟੈਕਸੇਬਲ ਹੋਏਗੀ। ਠੀਕ ਹੈ, ਅਗਰ 50,000 ਤੋਂ ਘੱਟ ਹੈ ਉਹ ਟੈਕਸੇਬਲ ਨਹੀਂ ਹੋਏਗੀ। ਅਤੇ ਜੇ ਉਹ ਗਿਫਟ ਨੋਨ ਰਿਲੇਟਿਵਸ ਨੇ ਤੁਹਾਨੂੰ ਦਿੱਤਾ ਹੈ ਤਾਂ ਉਹ ਫੁੱਲੀ ਟੈਕਸੇਬਲ ਹੈ। ਅਗਰ ਨੋਨ ਰਿਲੇਟਿਵ ਹੈ ਤਾਂ ਉਹ ਪੂਰਾ ਦਾ ਪੂਰਾ ਟੈਕਸੇਬਲ ਹੋਏਗਾ। ਇੰਪੋਰਟੈਂਟ ਪੁਆਇੰਟ ਐਗਜ਼ਾਮ ਲਈ ਯਾਦ ਰੱਖੋਗੇ, ਗਿਫਟ ਫਰੋਮ ਰਿਲੇਟਿਵਸ ਨੋਟ ਟੈਕਸੇਬਲ। ਠੀਕ ਹੈ, ਤੁਹਾਨੂੰ ਰਿਸ਼ਤੇਦਾਰਾਂ ਨੇ ਕੋਈ ਗਿਫਟ ਦਿੱਤਾ ਉਹ ਟੈਕਸੇਬਲ ਨਹੀਂ ਹੈ। ਗਿਫਟ ਡਿਊਰਿੰਗ ਮੈਰਿਜ ਉਹ ਵੀ ਟੈਕਸੇਬਲ ਨਹੀਂ ਹੈ। ਗਿਫਟ ਦੀ ਵੈਲਿਊ ਅਗਰ 50,000 ਤੋਂ ਘੱਟ ਹੈ ਐਗਰੀਗੇਟ ਈਅਰ ਦੇ ਵਿੱਚ, ਉਹ ਵੀ ਟੈਕਸੇਬਲ ਨਹੀਂ ਹੈ। ਬਟ ਅਗਰ ਨੋਨ ਰਿਲੇਟਿਵਸ ਨੇ ਤੁਹਾਨੂੰ ਉਹ ਦਿੱਤਾ ਹੈ ਤਾਂ ਉਹ ਟੈਕਸੇਬਲ ਹੈ। ਇੱਥੋਂ ਕੁਐਸਚਨ ਬਣਦੇ ਹੈ। ਨੈਕਸਟ ਆ ਜਾਓ, ਲੋਟਰੀ ਗੈਂਬਲਿੰਗ ਤੋਂ ਜੋ ਵੀ ਪੈਸਾ ਆਇਆ ਹੈ ਆਲਵੇਜ਼ ਟੈਕਸੇਬਲ ਐਟ ਸਪੈਸ਼ਲ ਰੇਟ, ਜਿਹਨੂੰ ਆਪਾਂ ਫਲੈਟ ਰੇਟ ਬੋਲਦੇ ਹਾਂ। ਇੱਥੋਂ ਕੁਐਸਚਨ ਬਣ ਸਕਦਾ ਹੈ ਕਿ ਜੋ ਵੀ ਲੋਟਰੀ ਵਗੈਰਾ ਗੈਂਬਲਿੰਗ ਤੋਂ ਪੈਸਾ ਆਇਆ ਹੈ ਉਹ ਕਿਸ ਰੇਟ ਦੇ ਅੰਦਰ ਟੈਕਸੇਬਲ ਹੈ। ਤਾਂ ਅਗਰ ਐਗਜ਼ਾਮ ਦੇ ਵਿੱਚ ਸਪੈਸ਼ਲ ਰੇਟ ਲਿਖਿਆ ਹੋਏ ਤਾਂ ਵੀ ਠੀਕ ਹੈ, ਫਲੈਟ ਰੇਟ ਲਿਖਿਆ ਹੋਏ ਤਾਂ ਵੀ ਠੀਕ ਹੈ। ਨੋ ਐਕਸਪੈਂਸਿਸ ਅਲਾਉਡ, ਔਰ ਲੋਟਰੀ ਦੇ ਵਿੱਚੋਂ ਕੋਈ ਵੀ ਐਕਸਪੈਂਸਿਸ ਅਲਾਉਡ ਨਹੀਂ ਹੁੰਦੇ ਕਿ ਤੁਸੀਂ ਲੋਟਰੀ ਦੇ ਪੈਸੇ ਨੂੰ ਘੱਟ ਸ਼ੋਅ ਕਰ ਦਿਓ, ਇੱਦਾਂ ਨਹੀਂ ਹੁੰਦਾ। ਤਾਂ ਕੋਈ ਵੀ ਐਕਸਪੈਂਸਿਸ ਅਲਾਉਡ ਨਹੀਂ ਹੈ, ਕੋਈ ਵੀ ਡਿਡਕਸ਼ਨ ਅਲਾਉਡ ਨਹੀਂ ਹੈ। ਜਿੰਨਾ ਪੈਸਾ ਤੁਸੀਂ ਲੋਟਰੀ ਤੋਂ ਜਿੱਤੇ ਉਹ ਪੂਰਾ ਦਾ ਪੂਰਾ ਟੈਕਸੇਬਲ ਹੈ। ਨੈਕਸਟ ਹੈ ਇੰਟਰਸਟ ਔਨ ਕੰਪਨਸੇਸ਼ਨ, ਐਗਜ਼ਾਮਪਲ ਕੋਰਟ ਕੰਪਨਸੇਸ਼ਨ ਵਗੈਰਾ, ਲੈਂਡ ਐਕੁਆਈਜ਼ੇਸ਼ਨ ਦੀ ਕੰਪਨਸੇਸ਼ਨ ਜਿਹੜੀ ਵੀ ਹੈ, ਮਤਲਬ ਤੁਹਾਨੂੰ ਜੋ ਵੀ ਪੈਸਾ ਮਿਲ ਰਿਹਾ ਇਨ ਰਿਟਰਨ ਕੰਪਨਸੇਟ ਕਰਕੇ, ਉਹ ਵਾਲਾ ਸਾਰਾ ਪੈਸਾ ਕੀ ਹੈ, ਟੈਕਸੇਬਲ ਹੈ। ਸਬ ਲੈਟਿੰਗ ਇਨਕਮ ਇੰਪੋਰਟੈਂਟ ਚੀਜ਼ ਹੈ। ਦੇਖੋ, ਇੱਕ A ਪਰਸਨ ਹੈ, B ਪਰਸਨ ਹੈ, C ਪਰਸਨ ਹੈ। ਠੀਕ ਹੈ, ਔਰ ਆ ਇੱਕ ਲੈਂਡ ਹੈ। ਆ ਲੈਂਡ ਕਿਹਦਾ ਹੈ, A ਦਾ ਹੈ। A ਨੇ ਇਹ ਲੈਂਡ B ਨੂੰ ਰੈਂਟ ਦੇ ਉੱਤੇ ਦਿੱਤਾ। ਠੀਕ ਹੈ, B ਨੇ 10,000 'ਤੇ ਰੈਂਟ ਦੇ ਉੱਤੇ ਲੈ ਲਿਆ। ਉਸ ਤੋਂ ਬਾਅਦ B ਨੇ ਆਪ ਨਾ ਰਹਿ ਕੇ ਇਹੀ ਲੈਂਡ, ਸੇਮ ਲੈਂਡ ਅੱਗੇ C ਨੂੰ ਰੈਂਟ ਦੇ ਉੱਤੇ ਦੇਤਾ 12,000 ਦੇ ਉੱਤੇ। ਤਾਂ B ਨੂੰ ਕਿੰਨਾ ਨੈਟ ਪ੍ਰੋਫਿਟ ਹੋ ਰਿਹਾ, 2,000 ਦਾ। ਅਤੇ ਇਹ ਜਿਹੜਾ 2,000 ਹੈ ਇਹ ਟੈਕਸੇਬਲ ਹੋਏਗਾ। ਠੀਕ ਹੈ, ਇਹ ਚੀਜ਼ ਸਮਝ ਗਏ। ਇਹੀ ਚੀਜ਼ ਇੱਥੇ ਲਿਖੀ ਹੈ ਮੈਂ। ਇਫ ਟੈਨੈਂਟ ਹਾਊਸ ਓਨਰ ਨਹੀਂ, ਠੀਕ ਹੈ, ਹਾਊਸ ਓਨਰ ਨਹੀਂ, ਸਿਰਫ ਟੈਨੈਂਟ, ਰੈਂਟ ਰਿਸੀਵਡ ਫਰੋਮ ਸਬ ਲੈਟਿੰਗ, ਤਾਂ ਉਹ ਕਿਹੜੇ ਹੈਡ ਦੇ ਅੰਦਰ ਆਏਗਾ, IFOS ਦੇ ਅੰਦਰ ਆਏਗਾ। ਜਿੱਦਾਂ ਰਵੀ ਨੇ ਇੱਕ ਰੈਂਟਡ ਹਾਊਸ ਲਿਆ ਫਰੋਮ ਓਨਰ ਤੋਂ ਜੋ 10,000 ਦਾ ਸੀ, ਅਤੇ ਉਹਨੇ ਉਹੀ ਰੈਂਟਡ ਹਾਊਸ ਅੱਗੇ ਰੈਂਟ ਦੇ ਉੱਤੇ ਦਿੱਤਾ ਕਿਸੇ ਨੂੰ, ਅਤੇ ਉਹ 12,000 'ਤੇ ਦਿੱਤਾ। ਤਾਂ ਜਿਹੜਾ 2,000 ਦਾ ਪ੍ਰੋਫਿਟ ਹੋਇਆ ਉਹ ਕਿਹਦੇ ਅੰਦਰ ਟੈਕਸੇਬਲ ਹੋਏਗਾ, ਕਿਹੜੇ ਹੈਡ ਦੇ ਅੰਦਰ, ਇਨਕਮ ਫਰੋਮ ਅਦਰ ਸੋਰਸਿਸ ਦੇ ਹੈਡ ਦੇ ਅੰਦਰ ਇਹ ਟੈਕਸੇਬਲ ਹੋਏਗਾ। ਹੁਣ ਐਗਜ਼ਾਮ ਲੈਵਲ ਲਈ ਤੁਸੀਂ ਕੀ ਯਾਦ ਰੱਖਣਾ, ਅਦਰ ਆਈਟਮਸ ਕਿਹੜੀਆਂ ਟੈਕਸੇਬਲ ਹੋ ਸਕਦੀਆਂ ਇਸ ਹੈਡ ਦੇ ਅੰਦਰ, ਡਾਇਰੈਕਟਰ ਸਿਟਿੰਗ ਫੀਸ, ਇਨਕਮ ਫਰੋਮ ਐਗਜ਼ਾਮਿਨੀਜ਼, ਪੇਪਰ ਚੈਕਿੰਗ। ਇਫ ਨੋਟ ਪ੍ਰੋਫੈਸ਼ਨਲ ਨਹੀਂ ਹੈ ਤਾਂ ਉਹ ਇਸ ਹੈਡ ਦੇ ਅੰਦਰ ਆਏਗਾ। ਕੈਜੂਅਲ ਇਨਕਮ ਹੈ ਕੋਈ, ਇਸ ਹੈਡ ਦੇ ਅੰਦਰ ਆਏਗੀ। ਵਿਨਿੰਗ ਫਰੋਮ ਹੋਰਸ ਰੇਸ इंपॉर्टेंट चीज़ है, किस हेड अंदर जाएगा, इनकम फ्रॉम अदर सोर्स। सर्टेन ट्रस्ट इनकम्स, कोई भी ट्रस्ट इनकम्स है वो भी ये चल जाएगी। नैक्सट आंदा है डिडक्शंस अलाउड अंडर IFOS। किहड़ी डिडक्शंस है जो इनकम फ्रॉम अदर सोर्सिस के उत्ते मिलती है। सम एक्सपेंसिस माइनस करके टैक्सेबल इनकम नू रिड्यूस किया जाता है ताकि इनकम रिड्यूस होकर तो टैक्स पेयर नू थोड़ा जिहा बैनीफिट मिल जाए कि वो टैक्स घट पे करे।
पर ਜਿਹੜੀ ਐਕਸਪੈਂਸਿਸ ਹੈ ਜਿਹੜੇ ਮਾਈਨਸ ਕੀਤੇ ਜਾਣੇ ਉਹ ਡਾਇਰੈਕਟਲੀ ਰਿਲੇਟਡ ਹੋਣੇ ਚਾਹੀਦੇ ਉਸੀ ਚੀਜ਼ ਦੇ ਨਾਲ। ਹੁਣ ਦੇਖੋ ਕਿਹੜੀ ਕਿਹੜੀ ਡਿਡਕਸ਼ਨਸ ਹੈ ਜੋ ਅਲੋਟ ਨਹੀਂ ਕੀਤੀਆਂ ਗਈਆਂ, ਇਹ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ ਹੈ ਜੋ ਅਲੋਟ ਨਹੀਂ ਕੀਤੀਆਂ ਗਈਆਂ। ਪਹਿਲਾ ਹੈ ਲੋਟਰੀ ਇਨਕਮ ਦੇ ਉੱਤੇ ਕੋਈ ਵੀ ਡਿਡਕਸ਼ਨ ਨਹੀਂ ਹੈ, ਮੈਂ ਪਹਿਲਾਂ ਹੀ ਦੱਸ ਕੇ ਹਟੀ ਹਾਂ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਇਹ ਕਿ ਕੋਈ ਵੀ ਲੋਟਰੀ ਇਨਕਮ ਹੈ ਉਹਦੇ ਉੱਤੇ ਨਾ ਕੋਈ ਡਿਡਕਸ਼ਨ ਹੈ, ਨਾ ਹੀ ਕੋਈ ਅਲੋਏਬਲ ਐਕਸਪੈਂਸਿਸ ਨੇ। ਕੋਈ ਵੀ ਗੈਂਬਲਿੰਗ ਦੀ ਇਨਕਮ ਹੈ, ਸੱਟੇ ਦੀ ਇਨਕਮ ਹੈ, ਉਹ ਵੀ ਨਹੀਂ ਇਨਕਲੂਡ ਹੋਏਗੀ ਡਿਡਕਸ਼ਨ ਵਾਸਤੇ। ਕੋਈ ਵੀ ਹੋਰਸ ਰੇਸ ਵਗੈਰਾ ਤੋਂ ਤੁਸੀਂ ਵਿਨਿੰਗ ਕੀਤੀ ਹੈ ਉਹਦੇ ਉੱਤੇ ਵੀ ਕੋਈ ਵੀ ਡਿਡਕਸ਼ਨ ਅਵੇਲੇਬਲ ਨਹੀਂ ਹੈ। और नो डिडक्शन अंडर सेक्शन 80C एक्सेट्रा अगेंस्ट इनकम लोटरी इनकम। और कोई भी डिडक्शन 80C ਦੇ ਅੰਦਰ ਵੀ ਨਹੀਂ ਮਿਲੇਗੀ ਲੋਟਰੀ ਇਨਕਮ ਨੂੰ। ਮਤਲਬ ਇੰਨਾ ਮੰਨ ਕੇ ਚੱਲੋ ਅਗਰ ਤੁਸੀਂ ਲੋਟਰੀ ਜਿੱਤੀ ਹੈ ਤਾਂ ਉਹ ਪੂਰਾ ਲੋਟਰੀ ਦਾ ਅਮਾਊਂਟ ਹੈ ਉਹ ਟੈਕਸੇਬਲ ਹੋਏਗਾ। ਤੁਸੀਂ ਉਸ ਲੋਟਰੀ ਦੇ ਅਮਾਊਂਟ ਨੂੰ ਰਿਡਿਊਸ ਕਰਕੇ ਟੈਕਸ ਨੂੰ ਘੱਟ ਪੇ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦੇ। ਸੋ ਇਹ ਸੀ ਲਾਸਟ ਪੇਜ ਅੱਜ ਦੀ ਆਪਣੀ ਕਲਾਸ ਦਾ। ਆਈ ਹੋਪ ਤੁਹਾਨੂੰ ਤਿੰਨੋਂ ਹੈਡ ਕਲੀਅਰ ਹੋ ਗਏ ਹੋਣਗੇ। ਜਿੰਨੀਆਂ ਚੀਜ਼ਾਂ ਇਹਦੇ ਵਿੱਚ ਮੈਂ ਐਡ ਕੀਤੀਆਂ ਇੱਥੋਂ ਇੱਕ ਪੁਆਇੰਟ ਨਹੀਂ ਛੱਡਣਾ ਤੁਸੀਂ ਆਪਣੇ ਐਗਜ਼ਾਮ ਵਾਸਤੇ। ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਏ। ਜੇ ਤੁਹਾਨੂੰ ਕਲਾਸ ਵਧੀਆ ਲੱਗੀ ਹੋਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ। ਇਹਦੇ ਨਾਲ ਨਾਲ ਮੇਰਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ ਫੋਰ ਰੈਗੂਲਰ ਅਪਡੇਟਸ, ਪਲੱਸ ਆਪਣਾ ਫੀਡਬੈਕ ਮੈਨੂੰ ਜ਼ਰੂਰ ਦਿਆ ਕਰੋ ਕਮੈਂਟ ਸੈਕਸ਼ਨ ਦੇ ਵਿੱਚ। ਨੈਕਸਟ ਆਪਾਂ ਕਰਾਂਗੇ TDS ਵਾਲਾ ਟੋਪਿਕ ਖ਼ਤਮ ਜੋ ਤੁਹਾਡੇ ਐਗਜ਼ਾਮ ਲਈ ਇੰਪੋਰਟੈਂਟ ਹੈ। ਮਿਲਾਂਗੇ ਨੈਕਸਟ ਕਲਾਸ ਦੇ ਵਿੱਚ ਨੈਕਸਟ ਵੀਡੀਓ ਦੇ ਨਾਲ। ਥੈਂਕ ਯੂ ਸੋ ਮਚ।